ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਸਾਡੀ ਕਰੰਟ ਅਫੇਅਰਸ ਦੀ ਸੀਰੀਜ਼ ਦੇ ਵਿੱਚ ਅੱਜ ਦੇ ਕਰੰਟ ਅਫੇਅਰਸ 28 ਮਈ ਦੇ ਡਿਸਕਸ ਕਰਾਂਗੇ। ਕੁਐਸਚਨਸ ਦੀ ਫਾਰਮ ਦੇ ਵਿੱਚ, ਤੇ ਮੈਂ ਸਿਰਫ ਆਨਸਰਸ ਹੀ ਲਿਖਦੀ ਹਾਂ ਤਾਂ ਕਿ ਤੁਹਾਨੂੰ ਪੇਪਰ ਦੇ ਵਿੱਚ ਕਨਫਿਊਜ਼ਨ ਨਾ ਹੋਵੇ ਤੇ ਸਿਰਫ ਆਨਸਰਸ ਹੀ ਯਾਦ ਰਹਿਣ। ਠੀਕ ਹੈ, ਸੋ ਚਲੋ ਸਟਾਰਟ ਕਰਦੇ ਹਾਂ। ਸਾਰੇ ਹੀ ਤੁਹਾਡੇ ਐਗਜ਼ਾਮਸ ਲਈ ਅਗੇਨ ਕਵਾਂਗੀ, PSSB ਹੋ ਗਿਆ, PPSC ਦੇ ਜਿਹੜੇ 1 ਲਾਈਨਰਸ ਹੁੰਦੇ ਨੇ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੇ, ਸੋ ਪਲੀਜ਼ ਮਿਸ ਨਾ ਕਰਿਓ। ਸੋ ਲੈਟਸ ਸਟਾਰਟ। ਸੋ ਫਸਟ ਕੁਐਸਚਨ ਜਿਹੜਾ ਹੈ ਤੁਹਾਡਾ UNCCD ਦੇ ਨਾਲ ਰਿਲੇਟਡ ਹੈ। ਹੁਣੇ ਹੀ ਇਹਦੀ ਕਨਵੈਨਸ਼ਨ ਜਿਹੜੀ ਹੈ ਹੋਈ ਹੈ 15th ਸੈਸ਼ਨ ਆਫ ਕਾਨਫਰੰਸ ਆਫ ਪਾਰਟੀਜ਼, ਯਾਨੀ ਜਿਹਨੂੰ ਆਪਾਂ COP15 ਬੋਲ ਦਿੰਦੇ ਹਾਂ ਸ਼ਾਰਟ ਫਾਰਮ ਦੇ ਵਿੱਚ, ਆਫ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਟੂ ਕੰਬੈਟ ਡੈਜ਼ਰਟੀਫਿਕੇਸ਼ਨ, ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ UNCCD ਬੋਲਦੇ ਹਾਂ। ਸੋ ਇਹ ਰੀਸੈਂਟਲੀ ਹੋਈ ਹੈ ਅਬੀਜਾਨ ਕੋਟ ਡੀ ਆਈਵੋਰ ਦੇ ਵਿੱਚ। ਠੀਕ ਹੈ, ਸੋ ਇਹਦਾ ਥੀਮ ਕੀ ਹੈ? ਥੀਮ ਆਫ COP15 ਫॉर UNCCD, ਇਹਦਾ ਥੀਮ ਹੈਗਾ ਲੈਂਡ ਲਾਈਫ ਲਿਗੇਸੀ ਫਰੋਮ ਸਕਾਰਸਿਟੀ ਟੂ ਪ੍ਰੋਸਪੈਰਿਟੀ। ਠੀਕ ਹੈ, ਕੁਛ ਵੀ ਨਹੀਂ ਹੈ ਔਰ ਉਸ ਤੋਂ ਲੈ ਕੇ ਖੁਸ਼ਹਾਲੀ ਤੱਕ ਦਾ ਲੈਂਡ ਲਾਈਫ ਲਿਗੇਸੀ। ਸੋ ਬਹੁਤ ਹੀ ਇੰਪੋਰਟੈਂਟ ਹੈ, ਨਿਊਜ਼ ਦੇ ਵਿੱਚ ਰਹਿੰਦਾ ਆ। ਓਨਲੀ ਲੀਗਲੀ ਬਾਈਂਡਿੰਗ ਇਹ ਹੈਗੀ ਹੈ ਕਨਵੈਨਸ਼ਨ ਜਿਹੜੀ ਹੈ UNCCD, ਸੋ ਇਸ ਲਈ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ। ਤੇ ਥਰਡ ਕੁਐਸਚਨ ਵੀ ਇਹਦੇ ਨਾਲ ਰਿਲੇਟਡ ਹੈ ਕਿ ਇਸੇ ਦੌਰਾਨ ਹੀ ਇੱਕ ਨਵੀਂ ਪਬਲਿਕ ਅਵੇਅਰਨੈਸ ਕੰਪੇਨ ਜਿਹੜੀ ਹੈ UNCCD ਨੇ ਲਾਂਚ ਕੀਤੀ ਹੈ। ਸੋ ਉਹ ਕੰਪੇਨ ਦਾ ਨਾਮ ਹੈਗਾ ਡਰਾਟ ਲੈਂਡ। ਠੀਕ ਹੈ, ਸੋ ਸਿੰਪਲੀ ਵੀ ਪੁੱਛ ਸਕਦੇ ਵੀ ਡਰਾਟ ਲੈਂਡ ਜਿਹੜੀ ਕੈਂਪੇਨ ਹੈ ਕਿੰਨੇ ਲਾਂਚ ਕੀਤੀ ਹੈ। ਸੋ ਹੋ ਸਕਦਾ ਨੀਚੇ ਫੁੱਲ ਫਾਰਮ ਨਾ ਆਵੇ ਤਾਂ ਤੁਹਾਨੂੰ ਸਿਰਫ ਸ਼ਾਰਟ ਫਾਰਮ ਹੀ ਯਾਦ ਰੱਖਣੀ ਹੈ ਉਹਦੇ ਲਈ, UNCCD। ਸੋ ਇਸ ਤਰ੍ਹਾਂ ਵੀ ਘੁਮਾ ਕੇ ਕੁਐਸਚਨ ਪੁੱਛਿਆ ਜਾ ਸਕਦਾ। ਸੋ ਦੋਵੇਂ ਵੇਜ਼ ਦੇ ਨਾਲ ਮੈਂ ਤੁਹਾਨੂੰ ਦੱਸ ਦਿੱਤਾ। ਨੈਕਸਟ ਕੁਐਸਚਨ ਹੈ ਗਾਰ ਮਤਲਬ ਜਨਰਲ ਐਂਟੀ ਅਵੋਇਡੈਂਸ ਰੂਲਸ, ਮਤਲਬ ਇਹ ਟੈਕਸ ਨਾਲ ਰਿਲੇਟਡ ਹੈ। ਜਿਵੇਂ ਟੈਕਸ ਨੂੰ ਅਵੋਇਡ ਜਿਹੜੇ ਲੋਕ ਕਰਦੇ ਨੇ ਉਸ ਤੋਂ ਕਿਸ ਤਰ੍ਹਾਂ ਬਚਾਇਆ ਜਾ ਸਕੇ। ਸੋ ਇਟ ਵਾਸ ਫਰਸਟ ਇੰਟਰੋਡਿਊਸਡ ਇਨ ਇੰਡੀਆ ਇਨ 2012। ਠੀਕ ਹੈ, 2012 ਦੇ ਵਿੱਚ ਜਨਰਲ ਐਂਟੀ ਅਵੋਇਡੈਂਸ ਰੂਲਸ ਫਸਟ ਟਾਈਮ ਇੰਡੀਆ ਦੇ ਵਿੱਚ ਇੰਟਰੋਡਿਊਸ ਹੋਏ ਸੀਗੇ। ਇਸ ਤੋਂ ਪਹਿਲਾਂ ਇੰਡੀਆ ਦੇ ਵਿੱਚ SAR ਸੀਗਾ, ਸਪੈਸੀਫਿਕ ਐਂਟੀ ਅਵੋਇਡੈਂਸ ਰੂਲ ਸੀਗੇ। ਠੀਕ ਹੈ, ਨੈਕਸਟ ਕੁਐਸਚਨ ਹੈ ਦ ਸਟੇਟ ਆਫ ਇਨਇਕੁਐਲਿਟੀ ਇਨ ਇੰਡੀਆ ਰਿਪੋਰਟ ਇਜ਼ ਰਿਲੀਜ਼ਡ ਬਾਏ। ਇਨਇਕੁਐਲਿਟੀ ਹੁੰਦਾ ਜਦੋਂ ਮਤਲਬ ਕਿ ਜਿਹੜੇ ਮਤਲਬ ਰਿਸੋਰਸਿਸ ਜਾਂ ਓਪੋਰਚੁਨਿਟੀਜ਼ ਹੁੰਦੀਆਂ ਨੇ ਉਹਦੇ ਵਿੱਚ ਅਨਈਵਨ ਡਿਸਟਰੀਬਿਊਸ਼ਨ ਕਹਿ ਲਓ। ਠੀਕ ਹੈ, ਚਾਹੇ ਉਹ ਇਨਕਮ ਹੈ, ਚਾਹੇ ਉਹ ਹੈਲਥ ਹੈ, ਚਾਹੇ ਉਹ ਐਜੂਕੇਸ਼ਨ ਹੈ, ਵੇਰੀਅਸ ਸੈਕਟਰਸ ਦੇ ਵਿੱਚ। ਸੋ ਇਹ ਸਟੇਟ ਆਫ ਇਨਇਕੁਐਲਿਟੀ ਇਨ ਇੰਡੀਆ ਰਿਪੋਰਟ ਜਿਹੜੀ ਹੈ ਰਿਲੀਜ਼ ਕੀਤੀ ਹੈ ਇਕਨੋਮਿਕ ਐਡਵਾਈਜ਼ਰੀ ਕਾਉਂਸਲ ਟੂ PM ਨੇ। ਔਰ ਨੈਕਸਟ ਕੁਐਸਚਨ ਹੈ ਕਿ ਇਹ ਜਿਹੜੀ ਰਿਪੋਰਟ ਹੈ ਪ੍ਰਿਪੇਅਰ ਕਿੰਨੇ ਕੀਤੀ ਹੈ? ਸਟੇਟ ਆਫ ਇਨਇਕੁਐਲਿਟੀ ਇਨ ਇੰਡੀਆ ਰਿਪੋਰਟ ਇਜ਼ ਪ੍ਰਿਪੇਅਰਡ ਬਾਈ ਇੰਸਟੀਟਿਊਟ ਆਫ ਕੰਪੈਟੀਟਿਵਨੈਸ। ਨੈਕਸਟ ਅਗੇਨ ਰਿਪੋਰਟ ਹੈ ਸਟੇਟ ਆਫ ਦ ਗਲੋਬਲ ਕਲਾਈਮੇਟ ਇਨ 2021। ਠੀਕ ਹੈ, ਗਲੋਬਲ ਕਲਾਈਮੇਟ ਰਿਪੋਰਟ 2021 ਜਿਹੜੀ ਰਿਲੀਜ਼ ਕੀਤੀ ਹੈ ਵਰਲਡ ਮੀਟੀਓਰੋਲੋਜੀਕਲ ਆਰਗੇਨਾਈਜੇਸ਼ਨ ਨੇ, ਜਿਹਨੂੰ ਆਪਾਂ ਸ਼ੋਰਟ ਫਾਰਮ ਦੇ ਵਿੱਚ WMO ਬੋਲ ਦਿੰਦੇ ਹਾਂ। ਨੈਕਸਟ ਕੁਐਸਚਨ ਵੀ ਇਹਦੇ ਨਾਲ ਰਿਲੇਟਡ ਹੀ ਹੈ। ਐਜ਼ ਪਰ ਰੀਸੈਂਟ WMO ਸਟੇਟ ਆਫ ਗਲੋਬਲ ਕਲਾਈਮੇਟ 2021 ਰਿਪੋਰਟ, ਹਾਈਐਸਟ ਨੰਬਰ ਆਫ ਇੰਟਰਨਲ ਡਿਸਪਲੇਸਮੈਂਟਸ। ਇੰਟਰਨਲ ਡਿਸਪਲੇਸਮੈਂਟ ਹੁੰਦਾ ਜਦੋਂ ਵਿਦਨ ਕੰਟਰੀ ਕਿਸੇ ਇਹੋ ਜਿਹੀ ਆਪਦਾ ਦੇ ਕਰਕੇ ਜਿਹੜੇ ਲੋਕ ਹੈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਚੱਲ ਜਾਂਦੇ ਨੇ ਡਿਊ ਟੂ ਹਾਈਡਰੋਮੀਟੀਓਰੋਲੋਜੀਕਲ ਹਾਜ਼ਰਡਸ ਅਕਰਡ ਇਨ। ਸੋ ਸਭ ਤੋਂ ਜ਼ਿਆਦਾ ਜਿਹੜੀ ਇੰਟਰਨਲ ਡਿਸਪਲੇਸਮੈਂਟ ਹੋਈ ਹੈ ਚਾਈਨਾ ਦੇ ਵਿੱਚ ਹੋਈ ਹੈ, ਫੋਲੋਡ ਬਾਈ ਸੈਕਿੰਡ ਨੰਬਰ 'ਤੇ ਵੀਅਤਨਾਮ ਤੇ ਥਰਡ ਨੰਬਰ 'ਤੇ ਫਿਲੀਪੀਨਸ। ਨੈਕਸਟ ਕੁਐਸਚਨ ਹੈ in wake of Russian invasion of Ukraine, which two countries have applied to join NATO recently? NATO ਕੀ ਹੈ? North Atlantic Treaty Organization। ਸੋ ਤੁਹਾਨੂੰ ਪਤਾ ਹੀ ਹੈ ਇਹਦੇ ਬਾਰੇ, ਕਾਫੀ ਕੁਝ ਨਹੀਂ ਪਤਾ ਤੇ ਇਹਦੇ ਬਾਰੇ ਜ਼ਰੂਰ ਪੜ੍ਹ ਲਿਓ। ਠੀਕ ਹੈ, ਸੋ 1949 ਦੇ ਵਿੱਚ ਇਹ ਬਣੀ ਸੀਗੀ ਟਰੀਟੀ ਔਰ ਇਹਨੂੰ ਵਾਸ਼ਿੰਗਟਨ ਟਰੀਟੀ ਵੀ ਬੋਲਦੇ ਆ। ਇਨੀਸ਼ੀਅਲੀ ਇਹਦੇ 12 ਫਾਊਂਡਿੰਗ ਮੈਂਬਰ ਸੀਗੇ, ਇਸ ਵੇਲੇ ਜਿਹੜੇ ਆ 30 ਹੈ ਟੋਟਲ। ਠੀਕ ਹੈ, ਸੋ ਇਸ ਦੇ ਚੱਲਦੇ ਜਿਹੜੇ 2 ਮੈਂਬਰਸ ਜਿਨ੍ਹਾਂ ਨੇ ਰੀਸੈਂਟਲੀ ਅਪਲਾਈ ਕੀਤਾ ਨੈਟੋ ਵਾਸਤੇ ਉਹ ਹੈਗੇ ਸਵੀਡਨ ਐਂਡ ਫਿਨਲੈਂਡ। ਨੈਕਸਟ ਕੁਐਸਚਨ ਹੈ ਤੁਹਾਡੀ ਖਿਦਮਤ 'ਚ ਲਾਸਟ ਔਰ 30th ਮੈਂਬਰ, ਜਿਵੇਂ ਤੁਹਾਨੂੰ ਦੱਸਿਆ ਕਿ ਨੈਟੋ ਦੇ 30 ਮੈਂਬਰ ਨੇ ਐਟ ਪ੍ਰੈਜ਼ੈਂਟ। ਸੋ ਲਾਸਟ ਔਰ ਰੀਸੈਂਟ ਮੈਂਬਰ ਹੈ 2020 ਦੇ ਵਿੱਚ ਹੀ ਇਹਨੇ ਜੁਆਇਨ ਕੀਤਾ ਨਾਰਥ ਮੈਕੇਡੋਨੀਆ। ਸੋ ਕਾਫੀ ਇੰਪੋਰਟੈਂਟ ਆ, ਠੀਕ ਹੈ, ਨੋਟ ਕਰ ਲਿਓ। ਨੈਕਸਟ ਹੈਗਾ ਨਾਰਥ ਅਟਲਾਂਟਿਕ ਟਰੀਟੀ ਡਰਾਈਵਸ ਇਟਸ ਅਥਾਰਟੀ ਫਰੋਮ ਵਿਚ ਆਰਟੀਕਲ ਆਫ ਯੂਨਾਈਟਿਡ ਨੇਸ਼ਨ ਚਾਰਟਰ। ਸੋ ਆਰਟੀਕਲ ਹੈਗਾ 51। ਨੈਕਸਟ ਕੁਐਸਚਨ ਹੈ ਰੀਸੈਂਟਲੀ ਸੈਂਟਰਲ ਐਡਵਾਈਜ਼ਰੀ ਬੋਰਡ ਔਨ ਆਰਕੀਓਲੋਜੀ ਦੈਟ ਇਜ਼ ਕਾਬਾ ਹੈਜ਼ ਬੀਨ ਰੀਕਨਸਟੀਟਿਊਟਿਡ। ਔਰ ਇਹਦਾ ਚੇਅਰਮੈਨ ਜਿਹੜਾ ਕੌਣ ਹੋਏਗਾ? ਇਟ ਵਿਲ ਬੀ ਚੇਅਰਡ ਬਾਏ ਮਿਨਿਸਟਰ ਆਫ ਕਲਚਰ। ਸੋ ਆਰਕੀਓਲੋਜੀ ਨਾਲ ਰਿਲੇਟਡ ਆ ਤੇ ਓਬਵੀਅਸਲੀ ਕਲਚਰ ਦੇ ਨਾਲ ਆਪਾਂ ਰਿਲੇਟ ਕਰ ਸਕਦੇ ਹਾਂ ਆਪਸ਼ਨਸ ਦੇ ਵਿੱਚੋਂ। Next है recently India recorded all-time high FDI inflows of $83.57 billion in 2021-22. So top investor countries ਜਿਹੜੀਆਂ ਨੇ ਜਿਹੜੀਆਂ ਇੰਡੀਆ ਦੇ ਵਿੱਚ ਇਨਵੈਸਟ ਕਰ ਰਹੀਆਂ ਨੇ, ਸੋ ਇਹਨੂੰ ਕ੍ਰੋਨੋਲੋਜੀਕਲ ਆਰਡਰ ਦੇ ਵਿੱਚ ਤੁਸੀਂ ਯਾਦ ਰੱਖਣਾ ਹੈ। ਸਭ ਤੋਂ ਜ਼ਿਆਦਾ ਜਿਹੜੀ ਕਰ ਰਹੀ ਹੈ ਸਿੰਗਾਪੁਰ ਹੈ, ਸੈਕਿੰਡ ਨੰਬਰ ਤੇ USA ਹੈ ਤੇ ਥਰਡ ਨੰਬਰ ਤੇ ਮੌਰੀਸ਼ੀਅਸ ਆ।
ਨੈਕਸਟ ਕੁਐਸਚਨ ਵੀ ਇਸੇ ਨਾਲ ਰਿਲੇਟਡ ਆ, ਦ ਟੌਪ ਰੈਸੀਪੀਐਂਟ ਡੈਸਟੀਨੇਸ਼ਨ ਆਫ FDI ਇਨ ਇੰਡੀਆ, ਸਭ ਤੋਂ ਜ਼ਿਆਦਾ ਇਨਵੈਸਟ ਹੋ ਕਿੱਥੇ ਰਿਹਾ ਆ? ਨੰਬਰ 1 ਤੇ ਕਰਨਾਟਕਾ, ਨੰਬਰ 2 ਤੇ ਮਹਾਰਾਸ਼ਟਰ ਐਂਡ ਨੰਬਰ 3 ਤੇ ਦਿੱਲੀ। ਨੈਕਸਟ ਕੁਐਸਚਨ ਹੈ INS यानी कि इंडियन नेवल शिप निर्देशक, ये की है? इट वॉज लॉन्च रिसेंटली। ये है कि एक सर्वे वैसल है, ठीक है। एक प्रोजैक्ट के अंडर 4 सर्वे वैसल जोड़े बनाने सीगे। फस्ट जोड़ा INS संधायक सीगा ते ये जोड़ा INS निर्देशक है इस सैकेंड नंबर वाला है, ठीक है। सो इंपॉर्टेंट है, सर्वे वैसल है, इन्ना तुसी याद रखना है। नैक्सट है नैचीफू टनल रीसेंटली इन न्यूज़। सो नैचीफू टनल जिहड़ी है ये बालीपारा आ आसाम दे विच ओनू तवांग अरुणाचल प्रदेश के नाल कनैक्ट करदी है, बिल्कुल चाइना बॉर्डर के बिल्कुल नाल ही है, ठीक है। सो अंडर सैकेंड क्वेश्चन हैगा इहदे अंडर विच प्रोजैक्ट ने नैचीफू टनल हैज़ बीन कंप्लीटेड बाय BRO। सो ये प्रोजैक्ट का नाम सीगा प्रोजैक्ट वारतक। जिन्ने भी इंपॉर्टेंट टनल्स ये बनांदियां ने, ठीक है, BRO जिहड़ी है कंस्ट्रक्ट करदी है, ये कोई ना कोई प्रोजैक्ट नेम उन्होंने जरूर दिंदी है, ठीक है। सो जिवें कि प्रोजैक्ट चेतक तुहानूं याद होएगा, जिद्दां रावी दे उत्ते इन्हां ने जिहड़ा बनाया सीगा एक प्रोजैक्ट, ठीक है। सो इस तरह प्रोजैक्ट वारतक के अंडर जिहड़ा नैचीफू टनल इन्हां ने बनाई है। नैक्सट क्वेश्चन हैगा इंडिया इज़ गोइंग टू इंट्रोड्यूस मेड इन इंडिया TB इन्फैक्शन स्किन टैसट। सो ਇਹਦਾ ਨਾਮ ਕੀ ਰੱਖਿਆ ਇਹਨਾਂ ਨੇ? ਇਹਨਾਂ ਦਾ ਨਾਮ ਰੱਖਿਆ CTB। C ਸਮੋਲ ਹੈ ਤੇ TB ਕੈਪੀਟਲ ਲੈਟਰਸ ਦੇ ਵਿੱਚ ਹੈ। ਸੋ ਸਿੰਪਲੀ ਪੁੱਛ ਸਕਦੇ ਹਾਂ ਨਾ ਵੀ ਵੇਖਿਆ ਜਾਏ ਪ੍ਰੋਬੇਬਿਲਿਟੀ 'ਚ ਕੋਈ ਵੀ ਚੀਜ਼ ਆਪਸ਼ਨ ਬਣ ਸਕਦੀ ਹੈ। ATB ਲਿਖਿਆ ਹੋਊਗਾ, BTB, CTB, DDP ਲਿਖਿਆ ਹੋਊਗਾ। ਸੋ ਤੁਸੀਂ ਪੜ੍ਹਿਆ ਹੋਊਗਾ, ਤੁਹਾਡੀਆਂ ਅੱਖਾਂ ਸਾਹਮਣੇ ਆਨਸਰ ਹੋਏਗਾ ਤਾਂ ਤੁਹਾਨੂੰ ਯਾਦ ਆ ਜਾਏਗਾ, ਤੁਸੀਂ ਪੜ੍ਹਿਆ ਹੋਏਗਾ ਤੇ ਠੀਕ ਹੈ। नेक्स्ट है विच बॉलीवुड एक्टर हैज़ बीन ऑनर्ड विद एक्सीलेंस इज इन सिनेमा अवार्ड्स एट फ्रेंच राइवेरा फिल्म फेस्टिवल। सो आंसर इज़ नवाजुद्दीन सिद्दीकी। नेक्स्ट क्वेश्चन है विच स्टेट कैबिनेट हैज़ अप्रूव्ड द अपॉइंटमेंट ऑफ चीफ मिनिस्टर एज चांसलर ऑफ स्टेट यूनिवर्सिटीज़ इंस्टैड ऑफ गवर्नर। सो तुहानूं पता होएगा कि बाय कन्वेंशन गवर्नर जिहड़ा चांसलर हुंदा आ सारियां स्टेट यूनिवर्सिटीज़ दा, बट किहड़ी इहो जी जिहड़ी स्टेट है जिन्हें CM नूं अपॉइंट कीता चांसलर स्टेट यूनिवर्सिटीज़ दा इंस्टैड ऑफ गवर्नर, सो है वैस्ट बंगाल। सो काफ़ी इंपॉर्टेंट रहेगा। सो अज की वीडियो गागर में सागर हो गई। थोड़े जे टाइम दे विच आपां किन्ने इंपॉर्टेंट क्वेश्चनस और किन्ने क्वेश्चनस कवर कीते हैं। सो अज दा लास्ट क्वेश्चन तुहाडे लई है जैक डॉर्सी हैज़ रिजाइन फ्रॉम बोर्ड ऑफ डायरैक्टर्स ऑफ विच सोशल प्लेटफॉर्म। सो जैक डॉर्सी ने एज अ बोर्ड ऑफ डायरैक्टर्स किहड़े सोशल प्लेटफॉर्म तो अज रिजाइन कीता है। सो अपने आंसर तुसीं कॉमेंट सैक्शन दे विच दस देने हैं। सो मैं हिंट दस देनी है कि पहलां ये CEO सीगे, उस तो बाद इन्हां नूं रिप्लेस कीता इंडियन CEO पराग अग्रवाल ने, ठीक है। सो तुहानूं अपना आंसर जिहड़ा कॉमेंट सैक्शन दे विच दसना आ। सो दैट वाज ऑल फॉर टुडे। थैंक यू वेरी मच।